ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕੈਨੇਡਾ ਦੀ 44ਵੀਂ ਸੰਸਦ ਦਾ ਨਵਾਂ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਘੱਟ ਗਿਣਤੀ ਸਰਕਾਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਦੇ ਵਿੱਚ ਕੈਨੇਡਾ ਦੀ ਮੂਲ ਨਿਵਾਸੀ ਲੀਡਰ ਮੈਰੀ ਸਾਈਮਨ ਕੈਨੇਡਾ ਦੀ ਨਵੀਂ ਬਣੀ ਗਵਰਨਰ ਜਨਰਲ ਸਪੀਚ ਫਰੋਮ ਦ ਥਰੋਨ ਨਾਲ ਸੰਸਦ ਨੂੰ ਸੰਬੋਧਨ ਕਰੇਗੀ। ਹਾਊਸ ਆਫ ਕਾਮਨਸ ਤੇ ਸੈਨੇਟ ਦਾ ਇਹ ਸਾਂਝਾ ਸੈਸ਼ਨ ਦਸੰਬਰ यानी कि क्रिसमस ਦੀਆਂ ਛੁੱਟੀਆਂ ਤੋਂ ਪਹਿਲਾਂ ਤੱਕ ਚੱਲੇਗਾ। ਥਰੋਨ ਸਪੀਚ ਹਮੇਸ਼ਾ ਹੀ ਨਵੀਂ ਸਰਕਾਰ ਦੇ ਗਠਨ ਸਮੇਂ ਪੇਸ਼ ਕੀਤੀ ਜਾਂਦੀ ਹੈ, ਭਾਵੇਂ ਕਿ ਇਸ ਨੂੰ ਸੰਸਦ ਵਿੱਚ ਪੇਸ਼ ਗਵਰਨਰ ਜਨਰਲ ਵੱਲੋਂ ਕੀਤਾ ਜਾਂਦਾ, ਪਰ ਇਸ ਨੂੰ ਤਿਆਰ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਤੇ ਇਹ ਸਰਕਾਰ ਦੀਆਂ ਪਾਲਿਸੀਜ਼ ਦੀ ਤਰਜਮਾਨੀ ਹੁੰਦੀ ਹੈ। ਹੁਣ ਸਰਕਾਰ ਆਪਣੀਆਂ ਪਾਲਿਸੀਆਂ ਸਭ ਦੇ ਅੱਗੇ ਰੱਖ ਚੁੱਕੀ ਹੈ, ਪਰ ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਣਾ, ਇਸ ਦੇ ਲਈ ਘੱਟ ਗਿਣਤੀ ਸਰਕਾਰ ਹੋਣ ਕਾਰਨ ਦੂਜੀ ਸਰਕਾਰ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ। ਸੰਸਦੀ ਚੋਣ ਤੋਂ ਬਾਅਦ ਇਹ ਪਹਿਲਾ ਸੈਸ਼ਨ ਹੈ। ਇਸ ਮੌਕੇ ਜਿੱਥੇ ਲਿਬਰਲ ਪਾਰਟੀ ਦੇ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੇ ਮੁਤਾਬਿਕ ਆਪਣੀ ਸਰਕਾਰ ਦਾ ਏਜੰਡਾ ਤੈਅ ਕੀਤਾ ਜਾ ਰਿਹਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਉਸ ਵਿੱਚ ਨੁਕਸ ਕੱਢਣ ਦੇ ਬਹਾਨੇ ਲੱਭ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ, ਨਿਊ ਡੈਮੋਕ੍ਰੈਟਿਕ ਪਾਰਟੀ, ਬਲਾਕ ਕਿਬੈਕਵਾ ਤੇ ਗ੍ਰੀਨ ਪਾਰਟੀ ਵਿੱਚੋਂ ਅਜੇ ਕੋਈ ਵੀ ਵਿਰੋਧੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਡੇਕ ਕੇ ਅਚਾਨਕ ਚੋਣਾਂ ਵਿੱਚ ਕੁੱਦਣ ਦੇ ਹਾਲਾਤ ਵਿੱਚ ਨਹੀਂ ਹੈ, ਕਿਉਂਕਿ ਇੱਕ ਵਾਰੀ ਅਸੀਂ ਦੇਖ ਚੁੱਕੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਇਲੈਕਸ਼ਨ ਰੀਕਾਲ ਕੀਤੀ ਤੇ ਨਤੀਜਾ ਇਹ ਨਿਕਲਿਆ ਕਿ ਫਿਰ ਤੋਂ ਘੱਟ ਗਿਣਤੀ ਸਰਕਾਰ ਬਣੀ ਹੈ। ਹੁਣ ਦੁਬਾਰਾ ਅਜਿਹੇ ਹਾਲਾਤ ਹੋਣ ਇਸ ਦੀ ਗਾਰੰਟੀ ਨਹੀਂ ਲਈ ਜਾ ਸਕਦੀ, ਪਰ ਇਹ ਜਿਹਾ ਜੇ ਹੁੰਦਾ ਤੇ ਬਹੁਤ ਵੱਡੇ ਮੁਸ਼ਕਲ ਦੇ ਵਿੱਚ ਫਸ ਜਾਏਗਾ ਕੈਨੇਡਾ, ਬਿਕੋਜ਼ ਟੈਕਸ ਪੇਅਰਸ ਦਾ ਪੈਸਾ ਹੁਣ ਦੇਖਿਆ ਕਿ ਬਹੁਤ ਜ਼ਿਆਦਾ ਪੈਸਾ ਕੈਨੇਡਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਲੱਗਿਆ, ਪਰ ਚੋਣਾਂ ਦੇ ਵਿੱਚੋਂ ਕੋਈ ਸਾਰਥਕ ਹੱਲ ਨਿਕਲ ਕੇ ਬਾਹਰ ਨਹੀਂ ਆਇਆ। ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੇ ਦੌਰਾਨ ਭਾਵੇਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਲੈ ਕੇ ਲਿਬਰਲ ਪਾਰਟੀ ਮੁੜ ਸੱਤਾ ਦੇ ਵਿੱਚ ਪਰਤ ਆਈ ਹੈ, ਪਰ ਇਸ ਵਾਰ ਵੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਘੱਟ ਗਿਣਤੀ ਸਰਕਾਰ ਹੀ ਬਣੀ। ਇਸ ਦੇ ਚੱਲਦਿਆਂ ਲਿਬਰਲਸ ਨੂੰ ਕੋਈ ਵੀ ਕਾਨੂੰਨ ਪਾਸ ਕਰਵਾਉਣ ਦੇ ਲਈ ਦੂਜੀਆਂ ਪਾਰਟੀਆਂ ਦੇ ਸਹਾਰੇ ਰਹਿਣਾ ਹੋਵੇਗਾ। ਕੈਨੇਡਾ ਦੀ ਨਵੀਂ ਫੈਡਰਲ ਕੈਬਨਿਟ ਵਿੱਚ ਫਾਈਨੈਂਸ ਮਿਨਿਸਟਰ ਦੇ ਅਹੁਦੇ ਤੇ ਕ੍ਰਿਸਟੀਆ ਫਰੀਲੈਂਡ ਹੀ ਬਰਕਰਾਰ ਰਹਿਣਗੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਹੌਲੀ-ਹੌਲੀ ਮੰਤਰੀਆਂ ਦੇ ਨਾਮ ਦੱਸੇ ਜਾ ਰਹੇ ਨੇ, ਹੌਲੀ-ਹੌਲੀ ਅਹੁਦੇ ਵੀ ਬਦਲੇ ਜਾ ਰਹੇ ਨੇ, ਨਵੇਂ ਮੰਤਰੀ ਐਡ ਕੀਤੇ ਜਾ ਰਹੇ ਨੇ, ਸਹੁੰ ਚੁੱਕ ਸਮਾਗਮ ਹੋ ਰਿਹਾ, ਥਰੋਨ ਸਪੀਚ ਹੋਈ ਹੈ ਤੇ ਨਾਲ ਹੀ ਫਰੀਲੈਂਡ ਹੁਣ ਪਿਛਲੀ ਸਰਕਾਰ ਵਾਂਗ ਹੀ ਇਸ ਸਰਕਾਰ ਵਿੱਚ ਕੈਨੇਡਾ ਦੇ ਡਿਪਟੀ ਪ੍ਰਧਾਨ ਦੇ ਅਹੁਦੇ ਨੂੰ ਸੰਭਾਲਣਗੇ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਦੁਆਰਾ ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਕ੍ਰਿਸਟੀਆ ਫਰੀਲੈਂਡ ਨੂੰ ਇਹ ਅਹੁਦਾ ਫਿਰ ਤੋਂ ਆਫਰ ਕੀਤਾ ਗਿਆ ਤੇ ਉਹਨਾਂ ਨੇ ਇਹ ਐਕਸੈਪਟ ਕਰ ਲਿਆ। ਹੁਣ ਨਵੀਂ ਸਰਕਾਰ ਦੇ ਵਿੱਚ ਵੀ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਕ੍ਰਿਸਟੀਆ ਫਰੀਲੈਂਡ ਸਾਂਭਣਗੇ ਤੇ ਫਾਈਨੈਂਸ ਮਿਨਿਸਟਰ ਦੇ ਅਹੁਦੇ ਤੇ ਵੀ ਕ੍ਰਿਸਟੀਆ ਫਰੀਲੈਂਡ ਹੀ ਰਹਿਣਗੇ। I have asked Chrystia Freeland to continue serving as Deputy Prime Minister and our Minister of Finance, and she has accepted. I am very pleased to be able to continue to rely on Chrystia as we do the big things that Canadians have tasked their politicians and their government to do in the coming years. I look forward to getting into it with her. ਪਿਛਲੀ ਸਰਕਾਰ ਵੇਲੇ NDP ਲਿਬਰਲਸ ਦਾ ਸਮਰਥਨ ਕਰਦੀ ਰਹੀ ਹੈ, ਪਰ ਇਸ ਵਾਰ ਜਗਮੀਤ ਸਿੰਘ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਲਿਬਰਲ ਪਾਰਟੀ ਨੇ ਕੋਈ ਗਲਤ ਫੈਸਲਾ ਲਿਆ ਜਾਂ ਕੋਈ ਅਜਿਹਾ ਕੰਮ ਕੀਤਾ ਜਿਸ ਨਾਲ ਕੈਨੇਡੀਅਨ ਦਾ ਦਿਲ ਦੁਖਿਆ ਤਾਂ NDP ਉਹਨਾਂ ਦੇ ਵਿਰੋਧ ਵਿੱਚ ਵੋਟ ਪਾਏਗੀ। ਜਸਟਿਨ ਟਰੂਡੋ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨ ਜਾ ਰਹੇ ਨੇ ਤੇ 22 ਨਵੰਬਰ ਨੂੰ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਸ ਦੀ ਵਾਪਸੀ ਦੇ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਹੋਈਆਂ ਮੱਧਕਾਲੀ ਚੋਣਾਂ ਦੇ ਵਿੱਚ ਭਾਵੇਂ ਲਿਬਰਲ ਪਾਰਟੀ ਨੇ ਮੁੜ ਜਿੱਤ ਦਰਜ ਕੀਤੀ ਹੈ, ਪਰ ਬਹੁਗਿਣਤੀ ਸਰਕਾਰ ਬਣਾਉਣ ਦੀ ਜਸਟਿਨ ਟਰੂਡੋ ਦੀ ਇੱਛਾ ਪੂਰੀ ਨਹੀਂ ਹੋ ਸਕੀ ਅਤੇ ਉਹਨਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੱਟ ਗਿਣਤੀ ਸਰਕਾਰ ਹੀ ਬਣਾਉਣੀ ਪੈ ਰਹੀ ਹੈ। ਲਿਬਰਲਸ ਨੂੰ ਉਹਨਾਂ ਦੀ ਪਾਰਟੀ NDP ਦੇ ਸਮਰਥਨ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇਕਰ ਟਰੂਡੋ ਸਰਕਾਰ ਕੋਈ ਗਲਤ ਫੈਸਲਾ ਲਏਗੀ ਜਾਂ ਕੋਈ ਅਜਿਹਾ ਕੰਮ ਕਰੇਗੀ ਜਿਹੜਾ ਕੈਨੇਡੀਅਨਸ ਦੇ ਉਲਟ ਹੋਵੇਗਾ ਤਾਂ NDP ਵੀ ਉਹਨਾਂ ਦੇ ਵਿਰੋਧ ਵਿੱਚ ਵੋਟ ਪਾਏਗੀ। Priorities would indicate to us a willingness on the part of Justin Trudeau and the Liberals to work together. And so I outlined some of the things that I want to see that would show a willingness to work together. First and foremost, I outlined how important it is for New Democrats that the support that people need continue. And that's the CRB, that has to continue. The financial supports that people need have to continue. We know that people are going through a difficult time right now. There are a lot of worries and uncertainty. Alberta and Saskatchewan are being right now hit the hardest right now at this point than at any point in the 18 months of this pandemic. So they're feeling the brunt of the pandemic now. And that means we need to make sure that there's help for people. We also outlined how important it is for us to see immediate supports for frontline healthcare workers who are burnt out, who are struggling right now,
who are in untenable work conditions because of staff shortages. So we want to see an immediate injection of supports to help out provinces, people that are needing care, and those frontline healthcare workers. I also outlined that for New Democrats, there's no question we need to see the Liberal government and Justin Trudeau stop taking Indigenous kids to court. There is no reason to be appealing this decision, and we've long called on the government to stop fighting kids in court, work out a settlement, negotiate with the community, with First Nations, but fighting them in court is the wrong thing to do. We also outlined, for me, another priority for us and our team is to see immediate supports for Iqaluit in Nunavut, where we know that the community is going through a water crisis and they need supports. We also talked about, I outlined the importance of seeing a response to the inflation. People right now are having a hard time, and it's getting harder because the cost of groceries is going up, the cost of housing is going up, and we need to see some steps to address the rising cost of living and the inflation. And finally, I outlined for New Democrats, it is very important for us to see some action, real action on the climate crisis. Things are getting worse and worse, and Canada is not doing its part. Justin Trudeau has failed on a number of these really key points to reduce emissions, to end fossil fuel subsidies, and to lay out a clear plan with investments to ensure that workers have a bright future. We want to see those commitments, particularly with COP coming up. This is an opportunity for us to see some real action on the climate crisis. Action on these things would indicate to New Democrats a willingness to work together, and we would respond in kind. And that's something that's really important. I want to make sure that's clear. New Democrats want to work together. We want to make Parliament work for Canadians, but the Liberals cannot take our support for granted. ਹੁਣ ਚੋਣਾਂ ਦੀ ਗੱਲ ਕਰੀਏ ਤਾਂ ਚੋਣਾਂ ਦੇ ਦੌਰਾਨ ਫੈਡਰਲ ਲਿਬਰਲਸ ਨੇ ਦੇਸ਼ ਨੂੰ ਕੋਵਿਡ-19 ਮਹਾਮਾਰੀ ਤੋਂ ਬਾਹਰ ਕੱਢਣ ਦੇ ਲਈ ਪੂਰੀ ਯੋਜਨਾ ਦਾ ਖੁਲਾਸਾ ਕੀਤਾ ਸੀ। ਇਸ ਦੇ ਨਾਲ ਹੀ 2021 ਦੇ ਲਈ ਜਾਰੀ ਕੀਤੇ ਗਏ ਪਲੇਟਫਾਰਮ ਦੇ ਵਿੱਚ ਨਵੀਂ ਫੰਡਿੰਗ, ਕਿਫਾਇਤ ਤੇ ਸਮਾਨਤਾ ਵਰਗੇ ਮੁੱਦਿਆਂ ਸੰਬੰਧੀ ਵਾਅਦੇ ਵੀ ਕੀਤੇ ਗਏ ਸਨ। ਟਰੂਡੋ ਨੇ ਤੁਹਾਨੂੰ ਯਾਦ ਹੋਣਾ ਹੈ ਕਿ 82 ਪੰਨਿਆਂ ਦਾ ਦਸਤਾਵੇਜ਼ ਜਾਰੀ ਕਰਦੇ ਯੰਗ ਕੈਨੇਡੀਅਨਸ ਪਰਿਵਾਰਾਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੇ ਮੁੜ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਨ ਵਾਲੇ ਬਿਜ਼ਨੈਸਸ ਨੂੰ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਸੀ। ਟਰੂਡੋ ਨੇ ਆਖਿਆ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਤੁਹਾਡੇ ਕੋਲ ਇਹ ਤੈਅ ਕਰਨ ਦਾ ਮੌਕਾ ਹੋਵੇਗਾ ਕਿ ਤੁਹਾਡੇ ਅਗਲੇ 18 ਮਹੀਨੇ ਜਾਂ 18 ਸਾਲ ਕਿਹੋ ਜਿਹੇ ਹੋਣਗੇ। ਉਹਨਾਂ ਆਖਿਆ ਕਿ ਅਸੀਂ ਸਾਰਿਆਂ ਨੂੰ ਚੰਗੀ ਸਿਹਤ, ਕਿਫਾਇਤੀ ਘਰ, ਚਾਈਲਡ ਕੇਅਰ ਤੇ ਕਲਾਈਮੇਟ ਚੇਂਜ ਦੇ ਲਈ ਯੋਜਨਾ ਮੁਹੱਈਆ ਕਰਵਾਵਾਂਗੇ। ਇਸ ਵਿੱਤੀ ਵਰ੍ਹੇ ਦੇ ਵਿੱਚ ਲਿਬਰਲਸ ਨੇ $13 ਬਿਲੀਅਨ ਖਰਚਣ ਦਾ ਵਾਅਦਾ ਕੀਤਾ ਸੀ ਤੇ ਅਗਲੇ 5 ਸਾਲਾਂ ਵਿੱਚ $78 ਬਿਲੀਅਨ ਦਾ ਵਾਅਦਾ ਕੀਤਾ। ਲਿਬਰਲਸ ਨੇ ਮਹਾਮਾਰੀ ਤੋਂ ਬਾਅਦ ਅਰਥਚਾਰੇ, ਹੈਲਥ ਰਿਕਵਰੀ ਦੇ ਲਈ ਹੋਰ ਖਰਚਾ ਕਰਨ ਦਾ ਤਹਈਆ ਪ੍ਰਗਟਾਇਆ ਤੇ ਇਸ ਦੇ ਇਲਾਵਾ ਅਗਲੇ ਕੁਝ ਸਾਲਾਂ ਦੇ ਵਿੱਚ ਅਫਗਾਨਿਸਤਾਨ ਤੋਂ ਰਿਫਿਊਜੀਆਂ ਦੀ ਗਿਣਤੀ ਅਗਲੇ ਕੁਝ ਸਾਲਾਂ ਦੇ ਵਿੱਚ ਵਧਾਉਣ ਦੇ ਲਈ $350 ਮਿਲੀਅਨ ਖਰਚਣ ਦਾ ਕਰਾਰ ਵੀ ਕੀਤਾ। ਇਸ ਦੇ ਨਾਲ ਹੀ ਨਵੇਂ ਗਨ ਕੰਟਰੋਲ ਦੀ ਸੀਰੀਜ਼ ਨੂੰ ਲਾਗੂ ਕਰਨ ਦੇ ਲਈ ਵੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ। ਇਹ ਪਲੇਟਫਾਰਮ 6 ਮੁੱਖ ਵੰਨਗੀਆਂ ਦੇ ਵਿੱਚ ਵੰਡਿਆ ਹੋਇਆ ਸੀ: ਮਹਾਮਾਰੀ, ਹਾਊਸਿੰਗ, ਹੈਲਥ ਕੇਅਰ, ਅਰਥਚਾਰਾ, ਕਲਾਈਮੇਟ ਚੇਂਜ ਤੇ ਸੁਲ੍ਹਾ। ਲਿਬਰਲਸ ਨੇ ਅਗਲੇ 5 ਸਾਲਾਂ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਸ ਦੇ ਮੁੱਦੇ ਨੂੰ ਸਾਂਭਣ ਦੇ ਲਈ ਸੱਚ, ਨਿਆਂ ਤੇ ਮਲਮ ਲਗਾਉਣ ਦੀਆਂ ਮਹਿਲ ਕਦਮੀਆਂ ਦੇ ਲਈ $2 ਬਿਲੀਅਨ ਖਰਚਣ ਦਾ ਵਾਅਦਾ ਕੀਤਾ ਸੀ। ਲਿਬਰਲਸ ਨੇ ਆਪਣੇ ਪਲੇਟਫਾਰਮ ਦੇ ਵਿੱਚ ਆਖਿਆ ਸੀ ਕਿ ਫੈਡਰਲ ਪੱਧਰ ਉੱਤੇ ਰੈਗੂਲੇਟ ਕੀਤੇ ਜਾਣ ਵਾਲੇ ਸੈਕਟਰ ਵਿੱਚ ਵਰਕਰਸ ਦੇ ਲਈ 5 ਦਿਨਾਂ ਦੀ ਪੇਡ ਲੀਵ ਦੀ ਪੇਸ਼ਕਸ਼ ਕੀਤੀ ਗਈ ਹੈ। ਲਿਬਰਲਸ ਨੇ ਇਹ ਵੀ ਆਖਿਆ ਸੀ ਕਿ ਉਹ ਘੱਟ ਤੋਂ ਘੱਟ ਟੈਕਸ ਰੂਲ ਵੀ ਲਿਆਉਣਾ ਚਾਹੁੰਦੇ ਨੇ। ਹੁਣ ਜਦੋਂ ਲਿਬਰਲਸ ਦੀ ਸਰਕਾਰ ਬਣੀ ਹੈ, ਦੇਖਣਾ ਲਾਜ਼ਮੀ ਹੋਵੇਗਾ ਕਿ ਇਹ ਆਪਣੇ ਵਾਅਦਿਆਂ ਤੇ ਖਰੀ ਉਤਰਦੀ ਹੈ ਜਾਂ ਨਹੀਂ, ਕਿਉਂਕਿ ਵਾਅਦੇ ਪੁਗਾਉਣ ਦੇ ਲਈ ਦੂਜੀ ਸਰਕਾਰ ਤੇ ਨਿਰਭਰ ਹੋਣਾ ਹੋਵੇਗਾ। ਕੀ ਸੋਧਾਂ ਕੀਤੀਆਂ ਜਾਂਦੀਆਂ ਨੇ, ਕੀ ਹੁੰਦਾ, ਬਿੱਲ ਤਬਦੀਲ ਕੀਤਾ ਜਾਂਦਾ, ਰੱਦ ਕੀਤਾ ਜਾਂਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਰਲੀਮੈਂਟ ਸੈਸ਼ਨ ਬੈਠੇਗਾ ਉਦੋਂ ਪਤਾ ਲੱਗੇਗਾ। ਪਰ ਬਹੁਤ ਸਾਰੀਆਂ ਸਾਂਝੀਆਂ ਤਰਜੀਹਾਂ ਨੇ। ਸਰਕਾਰ ਦੀਆਂ ਤਰਜੀਹਾਂ ਦੇ ਵਿੱਚ ਕਨਵਰਜ਼ਨ ਥੈਰੇਪੀ ਤੇ ਪਾਬੰਦੀ ਲਗਾਉਣਾ, ਫੈਡਰਲ ਵਰਕਰਸ ਦੇ ਲਈ 10 ਦਿਨਾਂ ਦੀ ਪੇਡ ਸਿਕ ਲੀਵ ਤੇ $10 ਪ੍ਰਤੀ ਦਿਨ ਵਾਲੇ ਚਾਈਲਡ ਕੇਅਰ ਪ੍ਰੋਗਰਾਮ ਸਮਝੌਤੇ ਦੇ ਲਈ ਸੂਬਾ ਸਰਕਾਰਾਂ ਨੂੰ ਰਜ਼ਾਮੰਦ ਕਰਨਾ ਸ਼ਾਮਿਲ ਹੈ। ਤੁਹਾਨੂੰ ਦੱਸ ਦਈਏ ਕਿ ਕਨਵਰਜ਼ਨ ਥੈਰੇਪੀ ਬਾਬਤ ਬਿੱਲ ਹਾਊਸ ਆਫ ਕਾਮਨਸ ਵਿੱਚ ਪਾਸ ਹੋ ਗਿਆ ਸੀ, ਪਰ ਅਗਸਤ ਵਿੱਚ ਚੋਣਾਂ ਦਾ ਐਲਾਨ ਹੋਣ ਕਰਕੇ ਇਹ ਸੈਨੇਟ ਵਿੱਚ ਹੀ ਅਟਕ ਗਿਆ। ਇਸ ਬਿੱਲ ਰਾਹੀਂ ਬੱਚਿਆਂ ਤੇ ਬਾਲਗਾਂ ਦੇ ਉਹਨਾਂ ਦੇ ਲਿੰਗਕ ਝੁਕਾਅ ਨੂੰ ਬਦਲਣ ਦੇ ਮਕਸਦ ਦੇ ਨਾਲ ਜਬਰਨ ਲਿੰਗ ਪਰਿਵਰਤਨ ਨੂੰ ਅਪਰਾਧਕ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਜਾਣਾ। ਟਰੂਡੋ ਨੇ ਵਿਰੋਧੀ ਲੀਡਰਸ ਨਾਲ ਇਹਨਾਂ ਸਾਂਝੀਆਂ ਤਰਜੀਹਾਂ ਬਾਰੇ ਫੋਨ ਤੇ ਵੀ ਗੱਲਬਾਤ ਕੀਤੀ ਹੈ। ਪਾਰਲੀਮੈਂਟ ਦੇ ਸਾਰੇ ਮੈਂਬਰਾਂ ਦੇ ਪੂਰੀ ਤਰ੍ਹਾਂ ਵੈਕਸੀਨੇਟਡ ਹੋਣ ਨੂੰ ਵੀ ਸੁਨਿਸ਼ਚਿਤ ਕਰਾਏ ਜਾਣ ਬਾਰੇ ਗੱਲਬਾਤ ਹੋਈ ਹੈ।
ਸੈਪਟੈਂਬਰ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣੀ, ਯਾਨੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਵਿਰੋਧੀ ਧਿਰ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਸਰਕਾਰ ਬਾਕੀ ਪਾਰਟੀਆਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਤਿਆਰ ਹੈ, ਜਿਸ ਵਿੱਚ ਕੋਵਿਡ ਬੈਨੀਫਿਟ ਪ੍ਰੋਗਰਾਮ ਦੇ ਵਿੱਚ ਵਾਧਾ ਕੀਤਾ ਜਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੈ। ਕੋਵਿਡ ਦੇ ਬੈਨੀਫਿਟ ਆਲਰੇਡੀ ਖਤਮ ਹੋ ਗਏ ਨੇ, ਪਰ ਅੱਗੇ ਥੋੜੇ ਜਿਹੇ ਸਖਤ ਉਪਾਵਾਂ ਵਾਲੇ ਕੋਵਿਡ ਬੈਨੀਫਿਟ ਅਜੇ ਵੀ ਮਿਲਣਗੇ ਜਿਹੜੇ ਕੋਵਿਡ ਤੋਂ ਪ੍ਰਭਾਵਿਤ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵਾਰ ਆਪਣੇ ਤੀਜੇ ਕਾਰਜਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਤੌਰ ਉੱਤੇ ਸਹੁੰ ਚੁੱਕ ਰਹੇ ਹਨ। ਕੋਵਿਡ-19 ਦੇ ਖਿਲਾਫ ਵਿੱਢੀ ਜੰਗ ਉੱਤੇ ਆਪਣਾ ਬਹੁਤਾ ਧਿਆਨ ਦੇਣਾ ਚਾਹੁੰਦੇ ਨੇ ਤੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਦੇ ਲਈ ਆਪਣਾ ਪੂਰਾ ਜ਼ੋਰ ਲਗਾਉਣਾ ਚਾਹੁੰਦੇ ਨੇ ਤੇ ਫਿਰ 22 ਨਵੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਟਰੂਡੋ ਦੇ ਮੰਤਰੀ 1 ਮਹੀਨੇ ਤੱਕ ਆਪਣੇ ਨਵੇਂ ਕੰਮਕਾਜ ਨੂੰ ਸੰਭਾਲਣ ਦੇ ਵਿੱਚ ਲੱਗਣਗੇ। ਇੱਥੇ ਦੱਸਣਾ ਬੰਦ ਹੈ ਕਿ ਮਹਾਮਾਰੀ ਦੇ ਦਰਮਿਆਨ 20 ਸਤੰਬਰ ਨੂੰ ਪਈਆਂ ਫੈਡਰਲ ਵੋਟਾਂ ਦੇ ਵਿੱਚ ਇੱਕ ਵਾਰ ਮੁੜ ਟਰੂਡੋ ਦੀ ਆਸ ਦੇ ਉਲਟ ਉਹਨਾਂ ਨੂੰ ਉਨੀਆਂ ਵੋਟਾਂ ਹਾਸਿਲ ਨਹੀਂ ਹੋਈਆਂ ਜਿੰਨੀਆਂ ਬਹੁ ਗਿਣਤੀ ਸਰਕਾਰ ਬਣਾਉਣ ਦੇ ਲਈ ਚਾਹੀਦੀਆਂ ਸਨ। ਫਿਰ ਇਸ ਤੋਂ ਬਾਅਦ ਹੁਣ ਹੌਲੀ-ਹੌਲੀ ਸਾਡੇ ਸਾਹਮਣੇ ਜੁਡੀਸ਼ੀਅਲ ਕਾਊਂਟ ਵੀ ਸਾਹਮਣੇ ਆਇਆ। ਇਸ ਤੋਂ ਬਾਅਦ ਫੈਡਰਲ ਲਿਬਰਲਸ ਨੂੰ ਇੱਕ ਹੋਰ ਸੀਟ ਹਾਸਲ ਹੋ ਚੁੱਕੀ ਹੈ। ਚੈਟੂਗੁਏ ਲੈਕੋਲ ਹਲਕੇ ਦੇ ਵਿੱਚ ਆਪਣੇ ਬਲਾਕ ਕਿਬੈਕਵਾ ਵਿਰੋਧੀ ਨੂੰ ਸਿਰਫ 12 ਵੋਟਾਂ ਦੇ ਨਾਲ ਹਰਾ ਕੇ ਬ੍ਰੈਂਡਾ ਸ਼ੈਨਾਹਨ ਇੱਕ ਵਾਰ ਫਿਰ ਪਾਰਲੀਮੈਂਟ ਪਰਤ ਰਹੀ ਹੈ। ਇਸ ਸੀਟ ਦੇ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ। ਇਸ ਦੇ ਨਾਲ 20 ਸਤੰਬਰ ਨੂੰ ਹੋਈਆਂ ਚੋਣਾਂ ਦੇ ਸਬੰਧ ਵਿੱਚ ਮੁੱਢਲੇ ਨਤੀਜਿਆਂ ਤੋਂ ਉਲਟ ਨਤੀਜੇ ਹਾਸਲ ਹੋਏ। ਉਸ ਸਮੇਂ ਸ਼ੈਨਾਹਨ ਨੂੰ ਆਪਣੇ ਵਿਰੋਧੀ ਬਲਾਕ ਤੇ ਪੈਟਰਿਕ ਓਹਾਓ ਤੋਂ 286 ਵੋਟਾਂ ਦੇ ਨਾਲ ਹਾਰ ਦਾ ਦਰਸਾਇਆ ਗਿਆ ਸੀ। ਇਸ ਤਾਜ਼ਾ ਫੈਸਲੇ ਤੋਂ ਬਾਅਦ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਹਾਸਲ ਹੋਈਆਂ ਕੁੱਲ ਸੀਟਾਂ ਦੀ ਗਿਣਤੀ 160 ਹੋ ਗਈ ਹੈ, ਯਾਨੀ ਕਿ 160 MP ਸਹੁੰ ਚੁੱਕ ਰਹੇ ਨੇ ਤੇ ਬਾਕੀ ਮੰਤਰੀ। ਕਿਊਬੈਕ ਵਿੱਚ ਹੁਣ ਲਿਬਰਲਸ ਦੇ ਕੋਲ 35 ਸੀਟਾਂ ਹਨ। ਇੰਨੀਆਂ ਹੀ ਸੀਟਾਂ ਪਾਰਟੀ ਨੇ 2019 ਵਿੱਚ ਜਿੱਤੀਆਂ ਸਨ। ਬਲਾਕ ਕੋਲ ਵੀ ਉਨੀਆਂ 32 ਸੀਟਾਂ ਹੀ ਰਹਿ ਗਈਆਂ ਜਿੰਨੀਆਂ 2019 ਵਿੱਚ ਸਨ। ਬਹੁ ਗਿਣਤੀ ਸਰਕਾਰ ਬਣਾਏ ਜਾਣ ਦੇ ਲਈ ਲਿਬਰਲਸ ਨੂੰ 170 ਸੀਟਾਂ ਚਾਹੀਦੀਆਂ ਸਨ, ਪਰ ਇਸ ਸਮੇਂ ਉਹਨਾਂ ਦੇ ਕੋਲ 10 ਸੀਟਾਂ ਘੱਟ ਹਨ। ਦੂਜੇ ਪਾਸੇ ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਉਹ ਬੋਰਡ ਆਫ ਇੰਟਰਨਲ ਇਕਨੋਮੀਜ਼ ਕਮੇਟੀ ਦੇ ਨਾਲ ਸਹਿਮਤ ਨਹੀਂ ਹਨ, ਕਿਉਂਕਿ ਹੁਣ ਵੈਕਸੀਨੇਸ਼ਨ ਦੀ ਵੀ ਗੱਲ ਚੱਲ ਰਹੀ ਹੈ। ਸਿਰਫ ਪੂਰੀ ਤਰ੍ਹਾਂ ਵੈਕਸੀਨੇਟਡ ਲੋਕਾਂ ਨੂੰ ਹੀ ਹਾਊਸ ਆਫ ਕਾਮਨਸ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਅੱਜ ਦੇ ਦਿਨ ਸਿਰਫ ਤੇ ਸਿਰਫ ਲਿਬਰਲਸ ਹੀ ਹਾਊਸ ਵਿੱਚ ਪਰਤੇ ਨੇ, ਕਿਉਂਕਿ ਸਹੁੰ ਚੁੱਕ ਸਮਾਗਮ ਹੈ, ਥਰੋਨ ਸਪੀਚ ਹੈ। ਜਾਣਕਾਰੀ ਉਜਾਗਰ ਹੋਈ ਸੀ ਕਿ ਹਾਊਸ ਆਫ ਕਾਮਨਸ ਨਾਲ ਸੰਬੰਧਿਤ ਸਾਰੇ ਦੇ ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਨੂੰ ਲਾਜ਼ਮੀ ਬਣਾਇਆ ਜਾ ਰਿਹਾ ਹੈ। ਇਸ ਦੇ ਲਈ 22 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ। ਇਹ ਨਿਯਮ ਹਾਊਸ ਆਫ ਕਾਮਨਸ ਵਿੱਚ ਪਹੁੰਚ ਕਰਨ ਵਾਲੇ ਸਟਾਫ ਲਈ ਵੀ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਇਹ ਨਿਯਮ ਪਾਰਲੀਮੈਂਟ ਦੀ ਪ੍ਰੈਸ ਗੈਲਰੀ ਲਈ ਵੀ ਲਾਗੂ ਕੀਤੇ ਗਏ। ਰਿਪੋਰਟਰਸ ਦੇ ਅਨੁਸਾਰ ਲਿਬਰਲਸ, ਬਲਾਕ ਕਿਬੈਕਵਾ, NDP ਤੇ ਗ੍ਰੀਨ ਦੇ ਸਾਰੇ MP ਪੂਰੀ ਤਰ੍ਹਾਂ ਵੈਕਸੀਨੇਟਡ ਨੇ। ਹਾਲਾਂਕਿ ਕੰਜ਼ਰਵੇਟਿਵਸ ਦੇ ਬਾਰੇ ਖਬਰਾਂ ਇਹ ਨੇ ਕਿ ਉਹਨਾਂ ਦੇ 118 MPs ਦੇ ਵਿੱਚੋਂ 79 ਹੀ ਵੈਕਸੀਨੇਟਡ ਨੇ, ਬਾਕੀਆਂ ਨੂੰ ਵੈਕਸੀਨੇਸ਼ਨ ਲਗਾਉਣ ਦੀ ਜ਼ਰੂਰਤ ਹੈ। ਹੁਣ ਉਹ ਕਿਸ ਤਰ੍ਹਾਂ ਪਹੁੰਚਦੇ ਨੇ 22 ਤਰੀਕ ਨੂੰ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਹਾਲਾਂਕਿ ਲਿਬਰਲ MP ਪੂਰੀ ਤਰ੍ਹਾਂ ਵੈਕਸੀਨੇਟਡ ਦੱਸੇ ਜਾ ਰਹੇ ਨੇ ਤੇ ਲਿਬਰਲ MP ਹੀ ਸੰਸਦ ਦੇ ਵਿੱਚ ਪਹੁੰਚ ਰਹੇ ਨੇ, ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ। ਤੇ ਨਾਲ ਹੀ ਅੱਜ ਕੈਬਨਿਟ ਵਿੱਚ ਮਰਦ ਤੇ ਔਰਤ ਨੂੰ ਬਰਾਬਰੀ ਤੇ ਨੋਵਾ ਸਕੋਸ਼ੀਆ ਤੇ ਅਲਬਰਟਾ ਤੋਂ ਨਵੇਂ ਕੈਬਨਿਟ ਮੰਤਰੀਆਂ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਲਈ ਟਰੂਡੋ ਨੂੰ ਸਰਕਾਰ ਦੇ ਮੂਹਰਲੇ ਬੈਂਚ ਵਿੱਚ ਮਹੱਤਵਪੂਰਨ ਤਬਦੀਲੀਆਂ ਕਰਨ ਦੀ ਲੋੜ ਹੋਵੇਗੀ। ਹੁਣ ਟਰੂਡੋ ਦੇ ਲਈ ਆਉਣ ਵਾਲਾ ਸਮਾਂ ਮੁਸ਼ਕਿਲ ਹੋਵੇਗਾ, ਕਿਉਂਕਿ ਬਹੁਤ ਸਾਰੇ ਸੰਸਦ ਮੈਂਬਰ, ਬਹੁਤ ਸਾਰੇ ਵਿਰੋਧੀ ਇਹ ਵੀ ਕਹਿ ਰਹੇ ਸਨ ਕਿ ਚੋਣਾਂ ਤੋਂ ਬਾਅਦ ਤੇ ਸੈਸ਼ਨ ਦਾ ਸਮਾਂ ਇੰਨਾ ਟਾਈਮ ਕਿਉਂ ਜ਼ਿਆਦਾ ਰੱਖਿਆ ਗਿਆ, ਕਿਉਂਕਿ ਬਹੁਤ ਸਾਰੇ ਮਹੱਤਵਪੂਰਨ ਬਿੱਲ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਬਣਦੀ ਹੈ, ਜਿਨ੍ਹਾਂ ਬਿੱਲਸ ਦੇ ਉੱਤੇ ਸਹੀ ਪਾਉਣੀ ਬਣਦੀ ਹੈ, ਜਿਨ੍ਹਾਂ ਬਿੱਲਸ ਦੇ ਉੱਤੇ ਡਿਸਕਸ਼ਨ ਹੋਣੀ ਬਣਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਸ ਕਰਨਾ, ਨਹੀਂ ਪਾਸ ਕਰਨਾ, ਕਿਸ ਨੇ ਉਹਨਾਂ ਦਾ ਸਾਥ ਦੇਣਾ, ਕਿਸ ਨੇ ਉਹਨਾਂ ਦਾ ਸਾਥ ਨਹੀਂ ਦੇਣਾ, ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਕਿਉਂਕਿ ਜੇ 22 ਤਰੀਕ ਨੂੰ ਸੈਸ਼ਨ ਹੁੰਦਾ, 1 ਮਹੀਨਾ ਸਮਝਣ ਨੂੰ ਟਾਈਮ ਲੱਗਦਾ ਤੇ 22 ਤਰੀਕ ਤੋਂ ਬਾਅਦ ਬਹੁਤ ਥੋੜੇ ਦਿਨ ਰਹਿ ਜਾਣੇ ਆ ਤੇ ਬਾਅਦ ਵਿੱਚ ਕ੍ਰਿਸਮਸ ਬ੍ਰੇਕ ਆ ਜਾਣੀ ਆ, ਜੋ ਕਿ ਕੈਨੇਡੀਅਨਸ ਦੇ ਲਈ ਮਹੱਤਵਪੂਰਨ ਸਮਾਂ, ਕਿਉਂਕਿ ਜਿਹੜੇ ਕੈਨੇਡੀਅਨਸ ਦੇ ਲਈ ਬਿੱਲ ਪਾਸ ਹੋਣੇ ਨੇ ਉਹ ਕੈਨੇਡੀਅਨਸ ਦੇ, ਯੰਗ ਕੈਨੇਡੀਅਨਸ ਦੇ ਲਈ, ਬਜ਼ੁਰਗ ਕੈਨੇਡੀਅਨਸ ਦੇ ਲਈ ਮਹੱਤਵਪੂਰਨ ਹੋਣ ਵਾਲੇ ਨੇ। ਪਰ ਅੱਜ ਜਿਹਨੇ ਨੇ ਮੰਤਰੀ ਬਣੇ ਨੇ, ਜਿਹੜੇ ਨਵੇਂ ਮੰਤਰੀ ਬਣੇ ਨੇ, ਉਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਦੇਖਦੇ ਆ ਕਿ ਕਿਹੜੇ-ਕਿਹੜੇ ਮੰਤਰੀ ਬਣੇ ਨੇ। ਤੇ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਸਾਂਝਾ TV, ਅਸੀਂ ਇਨਫੋਰਮੇਸ਼ਨ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾ ਰਹੇ ਹਾਂ।